ਜਦੋਂ ਔਰਤ ਕੁਰਬਾਨੀ ਦੇਣ ਤੇ ਆਉਂਦੀ ਹੈ ਤੇ ਉਹ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ, ਕਿਸ ਹੱਦ ਤੱਕ ਜਾ ਸਕਦੀ ਹੈ, ਇਹਦਾ ਅੰਦਾਜ਼ਾ ਸ਼ਾਇਦ ਅਸੀਂ ਨਹੀਂ ਲਾ ਸਕਦੇ। अचानक मेरे हस्बैंड ਨੂੰ प्रॉब्लम ਹੋਈ कि ਉਹਨਾਂ ਨੂੰ ਜੌਂਡਿਸ ਹੋ ਗਿਆ ਤੇ ਉਹਨਾਂ ਦਾ मतलब हालत ਇੰਨੀ ਮਿਜ਼ਰੇਬਲ ਹੋ ਗਈ कि मतलब ਸਾਨੂੰ रोज़ ਡਾਕਟਰਾਂ ਕੋਲ ਜਾਣਾ ਪੈਂਦਾ ਸੀ। ਡਾਕਟਰਸ ਨੇ ਜਦੋਂ ਕਹਿਤਾ ਕਿ ਇਹਨਾਂ ਦਾ ਲੀਵਰ ਤਾਂ ਜੌਂਡਿਸ ਕਰਕੇ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਵੀ ਤੁਹਾਨੂੰ अगर ਤੁਸੀਂ ਐਵੇਂ ਹੀ ਚੱਲੀ ਜਾਓਗੇ ਤਾਂ ਤੁਹਾਡੀ ਲਾਈਫ ਸਿਰਫ 6 ਮਹੀਨੇ ਰਹਿ ਜਾਏਗੀ। ਗੂਗਲ ਸਰਚ ਕੀਤੀ ਜਾਂ ਉਹਨਾਂ ਪੇਸ਼ੈਂਟਸ ਨੂੰ ਵੀ ਮਿਲੇ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋਇਆ। ਉਹ ਲੀਵਰ ਤੁਸੀਂ ਡੋਨਰ ਦੇ ਬਾਰੇ ਚ ਸੋਚਿਆ ਕਿ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੈ ਔਰ ਲੀਵਰ ਡੋਨਰ ਜਿਹੜਾ ਹਾਂ ਕਰੇ ਤੇ ਉਹ ਲੀਵਰ ਡੋਨਰ ਤੁਸੀਂ ਹੀ ਹੋਵੋਗੇ। ਇਹ ਚੀਜ਼ ਕਦੋਂ ਆਈ ਆ ਤੁਹਾਡੇ ਦਿਮਾਗ 'ਚ? ਇਹ ਚੀਜ਼ ਕਦੋਂ ਆਈ ਹੈ? क्योंकि सब तो बड़ा सवाल मेरे सामने सी कि किसी ना किसी तरीके मेरे हस्बैंड की लाइफ बच जाए, क्योंकि अगर वो है तो असी हैं। मेरी बेटी भी बहुत छोटी सी, मतलब साडा सहारा कह लो या सारी फैमिली नूं लोड़ सी। ਸਤਿ ਸ਼੍ਰੀ ਅਕਾਲ। ਹਰ ਸਟੋਰੀ ਸ਼ੋਅ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ। ਮੈਂ ਹਰਮਨ ਤੂਰ। ਔਰਤਾਂ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸੰਬੋਧਨ ਜਿਹੜੇ ਵਰਤੇ ਜਾਂਦੇ ਆ ਕਿ ਔਰਤ ਕੁਰਬਾਨੀ ਦਾ ਪੁਤਲਾ ਹੈ ਜੀ, ਸਹਿਣਸ਼ੀਲਤਾ ਦੀ ਦੇਵੀ ਹੈ ਤੇ ਹੋਰ ਪਤਾ ਨਹੀਂ ਕੀ ਪਰ ਇਹ ਸੱਚ ਹੈ ਕਿ ਜਦੋਂ ਔਰਤ ਕੁਰਬਾਨੀ ਦੇਣ ਤੇ ਆਉਂਦੀ ਹੈ ਤੇ ਉਹ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ, ਕਿਸ ਹੱਦ ਤੱਕ ਜਾ ਸਕਦੀ ਹੈ, ਇਹਦਾ ਅੰਦਾਜ਼ਾ ਸ਼ਾਇਦ ਅਸੀਂ ਨਹੀਂ ਲਾ ਸਕਦੇ। ਪਰ ਇਹਦਾ ਥੋੜਾ ਜਿਹਾ ਅਹਿਸਾਸ ਕਰ ਸਕੀਏ ਉਸ ਦੇ ਲਈ ਅੱਜ ਹਰ ਸਟੋਰੀ ਦੇ ਵਿੱਚ ਇੱਕ ਐਸੀ ਔਰਤ ਦੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਬੈਠੀ ਹੋਈ ਹਾਂ ਜਿਹਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਸ਼ਾਇਦ ਅਹਿਸਾਸ ਕਰ ਪਾਵੋ ਕਿ ਜੇ ਔਰਤ ਕੁਰਬਾਨੀ ਦੇਣ ਤੇ ਆ ਜਾਵੇ ਤੇ ਉਹ ਕਿਸ ਹੱਦ ਤੱਕ ਜਾ ਸਕਦੀ ਹੈ ਤੇ ਕਿੰਨੀ ਵੱਡੀ ਕੁਰਬਾਨੀ ਦੇ ਸਕਦੀ ਹੈ। ਸੋ ਅੱਜ ਦੀ ਸਟੋਰੀ ਦੇ ਵਿੱਚ ਮੇਰੇ ਨਾਲ ਰੂਪਾ ਅਰੋੜਾ ਜੀ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਮੈਮ। ਤੁਹਾਡੀ ਕਹਾਣੀ ਆਪਾਂ ਲੈ ਕੇ ਆਈਏ ਲੋਕਾਂ ਦੇ ਸਾਹਮਣੇ। ਇਸ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿੱਥੇ ਜਨਮ ਹੋਇਆ ਤੁਹਾਡਾ, ਕਿਵੇਂ ਦੀ ਜ਼ਿੰਦਗੀ ਸੀ ਤੁਹਾਡੀ ਸ਼ੁਰੂਆਤੀ ਜ਼ਿੰਦਗੀ? मेरा जन्म मोरिंडा डिस्ट्रिक्ट रोपड़ विच होया और मेरे पापा बिजनेसमैन रहे हैं और मम्मी मेरे टीचर रहे हैं जी। और 3 मेरे ब्रदर हैं। असी चारों भैन भरा हैं। अच्छी लाइफ मतलब बचपन अच्छा बीत्या साडा सब दा। और जिद्दां कि मैं दस्सिया मेरे मम्मी टीचर हैं तो उन्हों दा मेन मोटिव यही सी कि भी मेरे बच्चे भी पढ़ लिख के कम से कम अपने पैरां जोगे हो जान जी। तो बड़े नॉर्मल पढ़ाई की अच्छे अपने वालों उन्होंने मैंने बहुत अच्छे स्कूल च पढ़ाया। उस टाइम इन्ने ज़्यादा प्राइवेट स्कूल्स नहीं होंदे सीगे, पर जिस स्कूल च मैं पढ़ी वो काफ़ी अच्छा स्कूल सी। उस तो बाद कंटिन्यू रहंदे होए उन्होंने मैंने ETT एंट्रेंस टेस्ट दिलवाया, फिर मेरी उस विच सिलेक्शन हो गई और ETT करदियां सार मैनू गवर्नमेंट जॉब मिल गई। और पहला मैं पंजाब विच जॉब की 6 महीने। उस तो बाद मैं चंडीगढ़ अप्लाई किया, मतलब चंडीगढ़ भी सिलेक्शन हो गई तो असी चंडीगढ़ मतलब उधर रिजाइन करके चंडीगढ़ ज्वाइन कर लिया जी। और उस तो बाद भी जिद्दां पढ़ाई का शौक सी पढ़ाई कंटिन्यू रखी। अपनी BA कंप्लीट की, B.Ed कंप्लीट की, कोरस्पोंडेंस की और उस तो बाद B.Ed करन दे नाल मेरी एलिजिबिलिटी मतलब TGT ਲਈ बन गई। तो हुण मैं चंडीगढ़ ਦੇ ਸਕੂਲ ਵਿੱਚ एज ए TGT हिंदी पढ़ा रही ਹਾਂ। हर कुड़ी दी लाइफ च एक खूबसूरत मुकाम आउंदा है कि विआह नूं लैके बहुत छोटी उम्रे कह सकते हैं कि सुपने जिहड़े पनपने शुरू हो जाते हैं। लाइफ दे विच कदों पड़ा आया जदों ਤੁਸੀਂ ਵਿਆਹ ਕਰਵਾਉਂਦੇ ਹੋ ਤੇ ਆਪਣੇ ਹਮਸਫਰ ਦੇ ਰੂਬਰੂ ਹੁੰਦੇ ਹੋ? 27 ਸਾਲ ਦੀ ਉਮਰ 'ਚ ਮੇਰੀ ਮੈਰਿਜ ਹੋਈ ਜੀ। ਔਰ ਪ੍ਰਵੀਨ ਕੁਮਾਰ ਰਤਨ ਜੀ ਨਾਲ, ਜੋ ਕਿ ਚੰਡੀਗੜ੍ਹ ਵਿੱਚ ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਐਜ਼ ਏ ਅਕਾਊਂਟਸ ਆਫਿਸਰ ਜੌਬ ਕਰ ਰਹੇ ਹਨ। ਇੱਥੋਂ ਤੱਕ ਲਾਈਫ ਬਹੁਤ ਖੂਬਸੂਰਤ ਰਹਿੰਦੀ ਹੈ ਤੁਹਾਡੀ ਤੇ ਵਿਆਹ ਹੋ ਜਾਂਦਾ ਹੈ, ਇੱਕ ਬਹੁਤ ਪਿਆਰੀ ਬੇਟੀ ਤੁਹਾਡੇ ਘਰੇ ਜਨਮ ਲੈਂਦੀ ਹੈ। ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਦੀ ਮੈਂ ਸ਼ੁਰੂ 'ਚ ਬਾਤ ਪਾਈ ਸੀ, ਜਿਹੜਾ ਇੱਕ ਕਹਿ ਸਕਦੇ ਹਾਂ ਕਿ ਇੱਕ ਦਿਲਚਸਪ ਮੋੜ ਕਹਿ ਸਕਦੇ ਹਾਂ ਜਾਂ ਹੈਰਾਨੀਜਨਕ ਮੋੜ ਉਹ ਲਾਈਫ 'ਚ ਆਉਂਦਾ। ਅਤੇ ਕਦੋਂ ਜਿਹੜੀ ਇਹ ਜਿਸ ਚੀਜ਼ ਦੇ ਤੁਸੀਂ ਰੂਬਰੂ ਹੋਏ ਆ, ਮੈਂ ਉਹ ਜਾਣਨਾ ਚਾਹੁੰਦੀ ਹਾਂ ਕਿ ਕੀ ਉਹ ਚੀਜ਼ ਸੀ ਜਿਹਨੇ ਤੁਹਾਨੂੰ ਹਿਲਾ ਕੇ ਰੱਖ ਦਿੱਤਾ? ਉਹ ਚੀਜ਼ ਕੀ ਸਾਹਮਣੇ ਆਈ ਤੁਹਾਡੇ? ਵਿਆਹ ਤੋਂ ਬਾਅਦ ਐਜ਼ ਇਟ ਇਜ਼ ਜਿੱਦਾਂ ਹੋਰ ਲੜਕੀਆਂ ਨਾਲ ਹੁੰਦਾ, ਮੇਰੀ ਲਾਈਫ ਨੋਰਮਲ ਚੱਲ ਰਹੀ ਸੀ। ਮਤਲਬ ਫੈਮਿਲੀ ਵਿੱਚ ਸੈਟਲ ਸੀ ਪੂਰੀ ਤਰ੍ਹਾਂ। ਬਸ ਇਹ ਸੀ ਕਿ ਜੌਬ ਔਰ ਘਰ ਤੱਕ ਹੀ ਮੈਂ ਸੀਮਿਤ ਸੀਗੀ। ਜੌਬ ਕੀਤੀ, ਘਰ ਆਏ, ਘਰ ਵਿੱਚ ਬਿਜ਼ੀ ਹੋ ਗਈ, ਬੱਚਿਆਂ 'ਚ ਬਿਜ਼ੀ ਹੋ ਗਈ, ਫੈਮਿਲੀ 'ਚ ਬਿਜ਼ੀ ਹੋ ਗਈ। ਮਤਲਬ ਐਸੀ ਕੋਈ ਪ੍ਰੋਬਲਮ ਨਹੀਂ ਸੀ, ਬਹੁਤ ਅੱਛੀ ਲਾਈਫ ਚੱਲ ਰਹੀ ਸੀ। ਪਰ 2010 ਤੱਕ ਕਾਫੀ ਨੋਰਮਲ ਚੱਲਦਾ ਰਿਹਾ। ਅਚਾਨਕ ਮੇਰੇ ਹਸਬੈਂਡ ਨੂੰ ਪ੍ਰੋਬਲਮ ਹੋਈ ਕਿ ਉਹਨਾਂ ਨੂੰ ਜੌਂਡਿਸ ਹੋ ਗਿਆ ਤੇ ਉਹਨਾਂ ਦਾ ਮਤਲਬ
ਹਾਲਤ ਇੰਨੀ ਮਿਜ਼ਰੇਬਲ ਹੋ ਗਈ ਕਿ ਮਤਲਬ ਸਾਨੂੰ ਰੋਜ਼ ਡਾਕਟਰਾਂ ਕੋਲ ਜਾਣਾ ਪੈਂਦਾ ਸੀ ਉਹਨਾਂ ਦੇ ਟ੍ਰੀਟਮੈਂਟ ਵਾਸਤੇ ਜੀ। ਮੈਂ ਕਦੀ ਸੋਚਿਆ ਨਹੀਂ ਸੀ ਕਿ ਮੇਰੇ ਹਸਬੈਂਡ ਕਦੀ ਇੰਨੀ ਜ਼ਿਆਦਾ ਸੀਰੀਅਸ ਪ੍ਰੋਬਲਮ 'ਚ ਆ ਸਕਦੇ ਆ, ਕਿਉਂਕਿ ਜਿੰਨਾ ਚਿਰ ਮੈਂ ਉਹਨਾਂ ਨਾਲ ਵਿਆਹ ਤੋਂ ਬਾਅਦ ਵੀ ਰਹੀ, ਮੇਰੀ ਬੇਟੀ 8 ਸਾਲ ਦੀ ਹੋ ਚੁੱਕੀ ਸੀ ਉਦੋਂ ਤੱਕ, ਉਹਨਾਂ ਨੇ ਕਦੀ ਮਤਲਬ ਮੈਂ ਦੇਖਿਆ ਨਹੀਂ ਸੀ ਕਦੀ ਸਿਰ ਦਰਦ ਦੀ ਵੀ ਗੋਲੀ ਖਾਈ ਹੋਵੇ। ਮਤਲਬ ਬਹੁਤ ਐਕਟਿਵ ਰਹਿੰਦੇ ਸੀ ਹਮੇਸ਼ਾ। ਕਿਸੇ ਮਤਲਬ ਹਰ ਇੱਕ, ਚਾਹੇ ਉਹ ਪੇਰੈਂਟਸ ਦੀ ਕੇਅਰ ਕਰਨੀ ਹੈ, ਚਾਹੇ ਆਪਣੀ ਬੇਟੀ ਨੂੰ ਦੇਖਣਾ, ਜਾਂ ਫੈਮਿਲੀ 'ਚ ਕਿਸੇ ਹੋਰ ਮਤਲਬ ਹੋਰ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਫੈਮਿਲੀ ਵਿੱਚ, ਉਹਨਾਂ ਨੂੰ ਪੂਰਾ ਕਰਦੇ ਹੋਏ ਮੈਂ ਕਦੀ ਉਹਨਾਂ ਨੂੰ ਐਵੇਂ ਨਹੀਂ ਦੇਖਿਆ ਕਿ ਉਹ ਮੋਟੀਵੇਟ ਨਹੀਂ ਹੈ। ਉਹ ਮਤਲਬ ਹੱਲਾਸ਼ੇਰੀ ਨਾਲ ਸਾਰੇ ਕੰਮ ਕਰਦੇ ਸੀਗੇ ਘਰ ਵਿੱਚ। ਮੈਨੂੰ ਲੱਗਦਾ ਇੰਨਾ ਐਕਟਿਵ ਹੋਣਾ ਜਿੰਨੇ ਉਹ ਹੈ ਹੋਰ ਕੋਈ ਵੀ ਨਹੀਂ ਹੈ। ਬਟ ਜਦੋਂ ਉਹਨਾਂ ਨਾਲ ਇਹ ਮਤਲਬ ਇਹ ਬਿਮਾਰੀ ਸਮਝ ਲਓ ਜਦੋਂ ਗੱਲ ਪੈ ਗਈ ਸਮਝ ਲਓ, ਤਾਂ ਮੈਂ ਉਹਨਾਂ ਦੀ ਪਹਿਲੀ ਵਾਰੀ ਇਹੋ ਜਿਹੀ ਹਾਲਤ ਦੇਖੀ ਕਿ ਉਹ ਬੈੱਡ 'ਤੇ ਹੀ ਹੋ ਗਏ ਬਿਲਕੁਲ। ਮਤਲਬ ਆਪਣੀ ਜੋ ਹੈ ਤੁਸੀਂ ਕਹਿ ਸਕਦੇ ਹੋ ਡੇਲੀ ਰੂਟੀਨ ਦੇ ਜਿਹੜੇ ਵਰਕ ਕਰਨ ਲਈ ਵੀ ਉਹ ਮੁਹਤਾਜ ਹੋ ਗਏ ਸੀ ਜੀ। ਔਰ ਕਾਫੀ ਟ੍ਰੀਟਮੈਂਟ ਚੱਲਿਆ, ਡਾਕਟਰਸ ਕੋਲ ਅਸੀਂ ਜਾਂਦੇ ਰਹੇ, ਮਤਲਬ ਸਟੇਬਲ ਤਾਂ ਹੋ ਗਏ, ਬਟ ਈਵਨ ਡਾਕਟਰਸ ਨੇ ਜਦੋਂ ਕਹਿਤਾ ਕਿ ਇਹਨਾਂ ਦਾ ਲੀਵਰ ਤਾਂ ਜੌਂਡਿਸ ਕਰਕੇ ਕਾਫੀ ਹੱਦ ਤੱਕ ਖਰਾਬ ਹੋ ਚੁੱਕਿਆ ਵੀ, ਤੁਹਾਨੂੰ ਅਗਰ ਤੁਸੀਂ ਐਵੇਂ ਹੀ ਚੱਲੀ ਜਾਓਗੇ ਤਾਂ ਤੁਹਾਡੀ ਲਾਈਫ ਸਿਰਫ 6 ਮਹੀਨੇ ਰਹਿ ਜਾਏਗੀ। ਮਤਲਬ ਇਹ ਸੁਣ ਕੇ ਤਾਂ ਇੰਨਾ ਸ਼ੌਕ ਲੱਗਿਆ ਕਿ ਵੀ ਸਿਰਫ 6 ਮਹੀਨੇ, ਉਸ ਤੋਂ ਬਾਅਦ ਵੀ ਕੀ ਹੋਏਗਾ ਲਾਈਫ ਦਾ। ਫਿਰ ਡਾਕਟਰ ਨੇ ਕਿਹਾ ਕਿ ਹਾਂ ਇੱਕੋ ਇੱਕ ਜਿਹੜਾ ਹੈਗਾ ਤੁਹਾਡਾ ਇੱਕ ਟ੍ਰੀਟਮੈਂਟ ਹੈ ਕਿ ਤੁਸੀਂ ਅਗਰ ਇਹਨਾਂ ਦਾ ਲੀਵਰ ਟ੍ਰਾਂਸਪਲਾਂਟ ਹੋ ਜਾਂਦਾ ਤਾਂ ਇਹ ਕੁਝ ਹੱਦ ਤੱਕ ਆਪਣੀ ਨਾਰਮਲ ਲਾਈਫ ਜੀ ਸਕਦੇ ਆ। ਜਦੋਂ ਡਾਕਟਰ ਨੇ ਇਹ ਗੱਲ ਕਹੀ ਤੁਹਾਨੂੰ ਕਿ ਲੀਵਰ ਟ੍ਰਾਂਸਪਲਾਂਟ ਹੋ ਜਾਏ ਤੇ ਫਿਰ ਹੋ ਸਕਦਾ ਹੈ ਬਚ ਜਾਣ, ਔਰ ਸ਼ੁਰੂਆਤ ਤੋਂ ਲੈ ਕੇ ਉਦ ਤੱਕ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਬਿਮਾਰ ਹੋਇਆ ਨੂੰ ਜਦੋਂ ਡਾਕਟਰ ਨੇ ਸਲਾਹ ਦਿੱਤੀ? ਮਤਲਬ ਸਾਲ 1.5 ਸਾਲ ਉਹਨਾਂ ਦਾ ਡਾਕਟਰੀ ਟ੍ਰੀਟਮੈਂਟ ਚੱਲਦਾ ਰਿਹਾ। ਫਿਰ ਕੀ ਹੋਇਆ? ਫਿਰ ਜੋ ਡਾਕਟਰਸ ਨੂੰ ਲੱਗਿਆ ਕਿ ਨਹੀਂ ਇਹ ਮੈਡੀਸਿਨਸ ਨਾਲ ਨਹੀਂ ਕੋਈ ਫਰਕ ਪੈ ਰਿਹਾ, ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਲਾਈਫ ਦਾ ਜੋ ਇੱਕੋ ਇੱਕ ਜੋ ਟ੍ਰੀਟਮੈਂਟ ਹੈ ਉਹ ਟ੍ਰਾਂਸਪਲਾਂਟ ਹੀ ਹੈ। ਉਹਨਾਂ ਨੇ ਕਿਹਾ ਅਗਰ ਤੁਹਾਡੇ ਕੋਲ ਡੋਨਰ ਹੈ ਜਾਂ ਤੁਸੀਂ ਅਗਰ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਲੀਵਰ ਟ੍ਰਾਂਸਪਲਾਂਟ ਵੱਲ ਹੀ ਵਧੋ, ਤਾਂ ਹੀ ਤੁਹਾਡੀ ਜੋ ਲਾਈਫ ਹੈ ਅੱਗੇ ਹੋਰ ਅੱਛੀ ਹੋ ਸਕਦੀ ਹੈ, ਅਦਰਵਾਈਜ਼ ਲਾਈਫ ਦਾ ਕੋਈ ਭਰੋਸਾ ਨਹੀਂ ਹੈ। ਫਿਰ ਅੱਗੇ ਕੀ ਸੋਚਿਆ ਤੇ ਕਿਹੜੀਆਂ ਚੀਜ਼ਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ? ਫਿਰ ਜਿੱਦਾਂ ਕਿ ਮੈਂ ਦੱਸਿਆ ਮੇਰੇ ਹਸਬੈਂਡ ਬਹੁਤ ਜ਼ਿਆਦਾ ਮਤਲਬ ਪੋਜ਼ਿਟਿਵ ਸੋਚਣ ਵਾਲੇ ਹੈ, ਜਾਂ ਕਦੀ ਵੀ ਉਹਨਾਂ ਨੇ ਨੈਗੇਟਿਵ ਨਹੀਂ ਸੋਚਿਆ। ਮਤਲਬ ਆਪਣੀ ਬਿਮਾਰੀ ਨੂੰ ਲੈ ਕੇ ਸਮਝ ਲਓ ਅਸੀਂ ਦੋਨਾਂ ਨੇ ਖੁਦ ਹੀ ਬਹੁਤ ਇੱਧਰ ਉੱਧਰ ਜਿਹਨੂੰ ਕਹਿ ਲਓ ਧੱਕੇ ਖਾਏ, ਡਾਕਟਰਾਂ ਕੋਲ ਕਹਿ ਲਓ। ਅਸੀਂ ਉਹ ਪੇਸ਼ੈਂਟਸ ਨੂੰ ਮਿਲੇ, ਨੈੱਟ ਤੋਂ ਸਰਚ ਕੀਤੀ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋ ਚੁੱਕਿਆ, ਕਿਵੇਂ ਹੁੰਦਾ ਹੈ, ਕਿਆ ਇਹਦੇ ਸਾਈਡ ਇਫੈਕਟਸ ਹੈ ਵੀ, ਕਿਆ ਇਹ 100% ਸਕਸੈਸਫੁਲ ਰਹਿ ਸਕਦਾ ਜਾਂ ਨਹੀਂ ਰਹਿ ਸਕਦਾ। ਮਤਲਬ ਇਹ ਸਾਰੀਆਂ ਸਰਚ ਮਤਲਬ ਅਸੀਂ ਗੂਗਲ ਸਰਚ ਕੀਤੀ, ਜਾਂ ਉਹਨਾਂ ਪੇਸ਼ੈਂਟਸ ਨੂੰ ਵੀ ਮਿਲੇ ਜਿਨ੍ਹਾਂ ਦਾ ਲੀਵਰ ਟ੍ਰਾਂਸਪਲਾਂਟ ਹੋਇਆ, ਉਹਨਾਂ ਨੂੰ ਮਿਲ ਕੇ ਲੱਗਿਆ ਕਿ ਹਾਂ ਸ਼ਾਇਦ ਵੀ ਸਾਡੀ ਲਾਈਫ ਵਿੱਚ ਵੀ ਕੋਈ ਹੋਪ ਹੋ ਸਕਦੀ ਹੈ ਜੀ। ਹੁਣ ਅਸਲੀ ਜਿਹੜਾ ਕਹਾਣੀ ਦਾ ਮੋੜ ਆਉਂਦਾ ਹੈ, ਉਹ ਲੀਵਰ ਤੁਸੀਂ ਡੋਨਰ ਦੇ ਬਾਰੇ 'ਚ ਸੋਚਿਆ ਕਿ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੈ, ਔਰ ਲੀਵਰ ਡੋਨਰ ਜਿਹੜਾ ਹਾਂ ਕਰੇ ਤੇ ਉਹ ਲੀਵਰ ਡੋਨਰ ਤੁਸੀਂ ਹੀ ਹੋਵੋਗੇ। ਇਹ ਚੀਜ਼ ਕਦੋਂ ਆਈ ਆ ਤੁਹਾਡੇ ਦਿਮਾਗ 'ਚ? ਇਹ ਚੀਜ਼ ਕਦੋਂ ਆਈ ਹੈ ਕਿ ਤੁਸੀਂ ਪਹਿਲਾਂ ਬਾਹਰੋਂ ਇਹ ਅਰੇਂਜ ਕਰਨ ਦੀ ਕੋਸ਼ਿਸ਼ ਕੀਤੀ? ਇਹ ਆਈਡੀਆ ਕਿਹਦੇ ਦਿਮਾਗ 'ਚ ਆਇਆ ਔਰ ਫਿਰ ਇਹਦੇ ਤੇ ਫੁੱਲ ਕਿਵੇਂ ਚੜਾਏ? ਜਿੱਦਾਂ ਮੈਂ ਦੱਸਿਆ, ਫਿਰ ਵੀ ਅਸੀਂ ਡਾਕਟਰ ਮੈਦਾਂਤਾ ਹਸਪੀਟਲ ਗਏ, ਜਿੱਦਾਂ ਸਰਚ ਕੀਤਾ ਪਤਾ ਲੱਗਿਆ ਕਿ ਕੌਣ ਅੱਛੇ ਡਾਕਟਰ ਹੈ ਹੈਪਟੋਲੋਜੀ ਦੇ ਜਾਂ ਲੀਵਰ ਦੇ ਕਹਿ ਲਓ, ਤਾਂ ਅਸੀਂ ਮੈਦਾਂਤਾ ਹਸਪੀਟਲ ਗਏ। ਡਾਕਟਰ AS ਸੋਇਨ, ਅਰਵਿੰਦਰ ਸਿੰਘ ਸੋਇਨ ਆ, ਉਹਨਾਂ ਦੇ ਰੂਮ ਪਹਿਲੀ ਵਾਰੀ ਗਏ ਜਦੋਂ ਮੈਂ ਔਰ ਮੇਰੇ ਹਸਬੈਂਡ ਗਏ, ਤਾਂ ਜਾਂਦਿਆਂ ਸਾਰੇ ਸਾਨੂੰ ਦੇਖਿਆ ਕਿ ਉੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਸੀ। ਅੱਛਾ, ਥੋੜ੍ਹਾ ਜਿਹਾ ਮਤਲਬ ਮਨ ਵਿੱਚ ਥੋੜ੍ਹਾ ਜਿਹਾ ਧਰਾਸ ਆਇਆ ਕਿ ਹਾਂ ਵੀ ਅਸੀਂ ਸ਼ਾਇਦ ਬਹੁਤ ਅੱਛੀ ਜਗ੍ਹਾ 'ਤੇ ਆ ਗਏ ਹਾਂ ਜੀ। ਡਾਕਟਰ ਨੇ ਹਸਬੈਂਡ ਨੂੰ ਦੇਖਿਆ ਤਾਂ ਉਹਨਾਂ ਨੇ ਮਤਲਬ ਟੱਚ ਕਰਿਆ ਇਹਨਾਂ ਦਾ ਜਿੱਦਾਂ ਪੇਟ ਵਗੈਰਾ ਨੂੰ, ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਦਾ ਤਾਂ ਲੀਵਰ ਟ੍ਰਾਂਸਪਲਾਂਟ ਹੀ ਹੋਏਗਾ ਜੀ, ਔਰ ਵੀ ਡੋਨਰ ਕੌਣ ਹੋ ਸਕਦਾ ਹੈ। ਫਿਰ ਮੇਰੇ ਹਸਬੈਂਡ ਨੇ ਕਿਹਾ ਵੀ ਮੇਰੀ ਵਾਈਫ ਮੇਰੇ ਨਾਲ ਆਏ ਹੋਏ ਹੈ, ਤਾਂ ਉਹਨਾਂ ਨੇ ਮੈਨੂੰ ਦੇਖਦਿਆਂ ਸਾਰੇ ਅਪਰੈਂਟਲੀ ਕਹਿਤਾ ਕਿ ਇਹ ਤੁਹਾਡੀ ਡੋਨਰ ਹੋ ਸਕਦੀ ਹੈ। ਇਹਦੇ ਵਿੱਚ ਤੁਹਾਡੀ ਸਹਿਮਤੀ ਜਾਂ ਤੁਹਾਡੀ ਪਹਿਲ ਦੇ ਤੌਰ ਤੇ ਆਈਡੀਆ ਨਹੀਂ ਸੀ ਜਾਂ? ਨਹੀਂ, ਉਹ ਤਾਂ ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਅਗਰ ਕੋਈ ਵੀ ਡੋਨਰ ਵਾਸਤੇ ਅਗਰ ਡਾਕਟਰ ਸੁਜੈਸਟ ਕਰਦੇ ਆ ਵੀ ਕੌਣ ਹੋ ਸਕਦਾ ਫੈਮਿਲੀ 'ਚੋਂ, ਤਾਂ ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਹੀ ਰੱਖਿਆ ਸੀ ਕਿ ਹਾਂ ਕਿ ਨਹੀਂ ਮੈਂ ਹੀ ਆਪਣੇ ਹਸਬੈਂਡ ਲਈ ਅਗਰ ਕੁਝ ਕਰ ਸਕਦੀ ਹਾਂ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋਏਗੀ। ਤੇ ਫਿਰ ਇਸ ਤੋਂ ਅੱਗੇ ਕਿਵੇਂ ਸ਼ੁਰੂ ਹੁੰਦੀ ਹੈ? ਜਿੱਦਾਂ ਡਾਕਟਰ ਨੇ ਕਿਹਾ ਕਿ ਉਹਨਾਂ ਨੇ ਮੈਨੂੰ ਦੇਖਦਿਆਂ ਸਾਰ ਕਹਿਤਾ ਫਿਜ਼ੀਕਲੀ ਕਿ ਹਾਂ 80% ਵੀ ਇਹ ਸਕਸੈਸਫੁਲ ਰਹਿ ਸਕਦੀ ਹੈ ਤੁਹਾਡੇ ਲਈ ਡੋਨਰ ਐਜ਼ ਏ ਡੋਨਰ ਜੀ। ਬਟ ਉਹਨਾਂ ਨੇ ਕਿਹਾ ਫਿਰ ਵੀ ਸਾਨੂੰ ਸਾਰੇ ਇਹਨਾਂ ਦੇ ਬਲੱਡ ਟੈਸਟ ਜਾਂ ਸਾਰੇ ਟੈਸਟ ਕਰਵਾਉਣੇ ਪੈਣਗੇ। ਉਹਨਾਂ ਨੇ ਐਂ ਕਿਹਾ ਵੀ ਸਿਰ ਤੋਂ ਪੈਰ ਤੱਕ ਪੂਰਾ ਇਹਨਾਂ ਨੂੰ ਛਾਣ ਦਾਂਗੇ, ਮਤਲਬ ਪੂਰੇ ਟੈਸਟ ਕਰਾਉਣਗੇ ਵੀ ਅਗਰ ਤੁਹਾਡਾ ਬਲੱਡ ਗਰੁੱਪ ਵੀ ਸਾਡਾ ਬਾਈ ਚਾਂਸ AB ਪੋਜ਼ਿਟਿਵ ਸਾਡਾ ਦੋਨਾਂ ਦਾ ਹੀ ਹੈ, ਔਰ ਅਗਰ ਇਹਨਾਂ ਦਾ ਲੀਵਰ ਮੈਚ ਕਰਦਾ ਤਾਂ ਬਹੁਤ ਅੱਛੀ ਗੱਲ ਹੈ। ਉਸ ਤੋਂ ਬਾਅਦ ਜਦੋਂ ਇਹ ਹਾਂ ਹੋ ਜਾਂਦੀ ਆ, ਤੁਸੀਂ ਟੈਸਟ ਵਗੈਰਾ ਕਰਾਉਣੇ ਆ, ਕਿੰਨਾ ਲੰਬਾ ਪ੍ਰੋਸੈਸ ਚੱਲਦਾ ਹੈ ਤੇ ਫਾਈਨਲੀ ਜਦੋਂ ਤੁਸੀਂ ਹਸਪੀਟਲ ਜਾਂਦੇ ਆ, ਉਹ ਸਭ ਮੈਂ ਜਾਣਨਾ ਚਾਹੁੰਦੀ ਹਾਂ ਕਿ ਕਿਵੇਂ ਉਹ ਸਾਰਾ ਕੁਝ ਹੋਇਆ।
ਪਹਿਲਾਂ ਤਾਂ ਮੇਰੇ ਹਸਬੈਂਡ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਮੇਰਾ ਲੀਵਰ ਟ੍ਰਾਂਸਪਲਾਂਟ ਹੋਏਗਾ। ਉਹਨਾਂ ਨੂੰ ਇਹ ਸੀ ਕਿ ਮੈਂ ਹੀ ਠੀਕ ਹੋ ਜਾਵਾਂਗਾ, ਬਟ ਜਦੋਂ ਡਾਕਟਰ ਸਵਾइन ਨੇ ਕਿਹਾ ਤਾਂ ਉਹਨਾਂ ਦੀ ਗੱਲ ਤੇ ਵਿਸ਼ਵਾਸ ਹੋ ਗਿਆ ਕਿ ਹਾਂ ਇਹ ਠੀਕ ਹੀ ਕਹਿ ਰਹੇ, ਅਗਰ ਮੈਂ ਬਚਣਾ ਤਾਂ ਮੈਨੂੰ ਲੀਵਰ ਟ੍ਰਾਂਸਪਲਾਂਟ ਕਰਾਉਣਾ ਹੀ ਚਾਹੀਦਾ ਹੈ ਜੀ। ਔਰ ਪੋਜ਼ਿਟਿਵ ਜਿੱਦਾਂ ਦੱਸਿਆ ਅਸੀਂ ਦੋਨੋਂ ਹੀ ਪੋਜ਼ਿਟਿਵ ਥਿੰਕਿੰਗ ਵਾਲੇ ਹੈਗੇ ਹਾਂ, ਤਾਂ ਮਤਲਬ ਪਰਮਾਤਮਾ ਤੇ ਵੀ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿ ਹਾਂ ਵੀ ਜੋ ਵੀ ਹੋਏਗਾ ਅੱਛਾ ਹੀ ਹੋਏਗਾ। ਇਹ ਸੋਚਦੇ ਹੋਏ ਬਸ ਫਿਰ ਅਸੀਂ ਵੀ ਗੋ ਅਹੈਡ। ਰੂਪਾ, ਜਦੋਂ ਇੱਕ ਸਾਰਾ ਇਹ ਲੰਬੇ ਪ੍ਰੋਸੈਸ ਵਿੱਚੋਂ ਨਿਕਲ ਰਹੇ ਹਾਂ ਤੇ ਬਿਨਾਂ ਸ਼ੱਕ ਹੋਰ ਕਿਸੇ ਵੀ ਚੀਜ਼ ਨਾਲੋਂ ਜਿਹੜੀ ਮਾਨਸਿਕ ਸਥਿਤੀ ਹੁੰਦੀ ਉਹ ਬੰਦੇ ਦੀ ਬਹੁਤ ਡਾਵਾਂਡੋਲ ਹੁੰਦੀ ਆ ਕਿ ਸਾਨੂੰ ਪਤਾ ਹੁੰਦਾ ਹੈ ਕਿ ਇੱਕ ਇਨਸਾਨ ਸਾਡੇ ਵਿੱਚੋਂ ਠੀਕ ਨਹੀਂ ਆ, ਉਹੀ ਸਾਡੇ ਘਰ ਦਾ ਧੁਰਾ ਹੈ, ਉਹੀ ਸਾਡੀ ਤਾਕਤ ਹੁੰਦਾ ਹੈ ਤੇ ਕਿਤੇ ਨਾ ਕਿਤੇ ਉਹਨੂੰ ਲਗਾਤਾਰ ਗਵਾਉਣ ਦਾ, ਉਹਦੇ ਚਲੇ ਜਾਣ ਦਾ ਡਰ ਜਿਹੜਾ ਸਿਰ ਦੇ ਉੱਤੇ ਬਣਿਆ ਰਹਿੰਦਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਹੋਏ, ਮਾਨਸਿਕ ਸਥਿਤੀ ਨੂੰ ਸਟਰੋਂਗ ਰੱਖਦੇ ਹੋਏ ਫਿਰ ਇੱਕੋ ਪੜਾਅ ਆਇਆ ਹੋਊਗਾ ਜਦੋਂ ਹਸਪੀਟਲ ਵਿੱਚ ਐਡਮਿਟ ਹੋਵੋਗੇ। ਮੈਨੂੰ ਸਭ ਤੋਂ ਹੈਰਾਨੀ ਵਾਲੀ ਔਰ ਜਿਹੜੀ ਤੁਹਾਡੀ ਚੜ੍ਹਦੀ ਕਲਾ ਵਾਲੀ ਗੱਲ ਲੱਗਦੀ ਹੈ ਕਿ ਚੰਗਾ ਭਲਾ ਬੰਦਾ, ਕੋਈ ਵੀ ਚੰਗਾ ਭਲਾ ਇਨਸਾਨ ਆਪਣੇ ਆਪ ਨੂੰ ਆਪਰੇਸ਼ਨ ਥੀਏਟਰ ਦੇ ਉਸ ਬੈੱਡ ਦੇ ਉੱਤੇ ਲੈ ਕੇ ਜਾਣਾ ਇਹ ਬਹੁਤ ਵੱਡੀ ਚੀਜ਼ ਆ। ਉਹ ਉਸ ਵੇਲੇ ਤੱਕ ਕਿਵੇਂ ਮਤਲਬ ਉੱਥੋਂ ਤੱਕ ਪਹੁੰਚੇ ਤੇ ਕੀ ਉਦੋਂ ਮਨ ਦੇ ਵਿੱਚ ਚੱਲ ਰਿਹਾ ਸੀ? ਮਨ ਵਿੱਚ ਡਰ ਤਾਂ ਬਿਲਕੁਲ ਨਹੀਂ ਸੀ, ਕਿਉਂਕਿ ਸਭ ਤੋਂ ਵੱਡਾ ਸਵਾਲ ਮੇਰੇ ਸਾਹਮਣੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਮੇਰੇ ਹਸਬੈਂਡ ਦੀ ਲਾਈਫ ਬਚ ਜੇ, ਕਿਉਂਕਿ ਅਗਰ ਉਹ ਹੈ ਤਾਂ ਅਸੀਂ ਹੈ। ਮੇਰੀ ਬੇਟੀ ਵੀ ਬਹੁਤ ਛੋਟੀ ਸੀ, ਮਤਲਬ ਸਾਡਾ ਸਹਾਰਾ ਕਹਿ ਲਓ ਜਾਂ ਸਾਰੀ ਫੈਮਿਲੀ ਨੂੰ ਲੋੜ ਸੀ ਮੇਰੇ ਹਸਬੈਂਡ ਦੀ, ਔਰ ਇਸ ਲਈ ਇਸ ਗੱਲ ਨੂੰ ਸੋਚਦੇ ਹੋਏ ਬਿਲਕੁਲ ਡਰ ਨਹੀਂ ਸੀ। ਮੇਰਾ ਸਭ ਤੋਂ ਵੱਡਾ ਮੇਰੇ ਅੱਗੇ ਇੱਕੋ ਮੋਟਿਵ ਸੀ ਵੀ ਕਿਸੇ ਨਾ ਕਿਸੇ ਤਰੀਕੇ ਚਾਹੇ ਮੈਨੂੰ ਕੁਝ ਹੋ ਜਾਏ ਪਰ ਇਹਨਾਂ ਦੀ ਜਾਨ ਬਚ ਜਾਏ। ਜਦੋਂ ਹਸਪੀਟਲ ਜਾਂਦੇ ਆ ਫਿਰ ਕੀ ਉੱਥੇ ਪੂਰੇ ਦਿਨ ਦੀ ਪ੍ਰਕਿਰਿਆ ਰਹੀ ਤੁਹਾਡੀ? ਮਤਲਬ ਹਸਪੀਟਲ ਵਿੱਚ ਡਾਕਟਰਸ ਨੇ ਸਾਡੇ ਦੋਨਾਂ ਦੇ ਬਲੱਡ ਟੈਸਟ ਕਰਵਾਏ, ਮਤਲਬ A to Z ਜੋ ਉਹਨਾਂ ਦੀ ਕੁਆਇਰੀਜ਼ ਸੀ ਉਹਨਾਂ ਨੇ ਕਲੀਅਰ ਕਰਵਾਈਆਂ। ਈਵਨ ਮੇਰੇ ਪੇਰੈਂਟਸ ਤੋਂ ਵੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਕੰਸੈਂਟ ਲਈ ਕਿ ਹਾਂ ਕਿ ਇਹ ਰੈਡੀ ਹੈ, ਕੋਈ ਜ਼ਬਰਦਸਤੀ ਤਾਂ ਨਹੀਂ ਹੈ, ਕਿਉਂਕਿ ਇਹ ਡੋਨਰ ਵਾਲਾ ਇੱਕ ਪ੍ਰੋਸੈਸ ਹੈ ਜਿਹਾ ਕਿ ਜੀ ਕਿ ਉਹਨਾਂ ਨੂੰ ਲੱਗਦਾ ਸੀ ਕਿਤੇ ਕੋਈ ਜ਼ਬਰਦਸਤੀ ਤਾਂ ਨਹੀਂ ਲੀਵਰ ਡੋਨੇਟ ਕਰਾ ਰਹੇ, ਇਸ ਲਈ ਉਹਨਾਂ ਨੇ ਮੇਰੇ ਪੇਰੈਂਟਸ ਦੀ ਔਰ ਮੇਰੀ ਦੋਨਾਂ ਦੀ ਮਤਲਬ ਕੰਸੈਂਟ ਲਈ। ਜਦੋਂ ਆਪਰੇਸ਼ਨ ਹੁੰਦਾ ਹੈ ਉਸ ਵੇਲੇ ਤੁਸੀਂ ਦੋਨੋਂ ਅਲੱਗ-ਅਲੱਗ ਹੋਵੋਗੇ ਬਿਨਾਂ ਸ਼ੱਕ, ਤੇ ਕਿੰਨੀ ਦੇਰ ਬਾਅਦ ਮਿਲੇ ਤੇ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਮੈਂ ਜੋ ਇਹ ਡਿਸੀਜਨ ਲਿਆ ਸੀ ਉਹ ਸਕਸੈਸਫੁਲ ਹੋ ਚੁੱਕਿਆ ਹੋਇਆ? जिस दिन लीवर ट्रांसप्लांट होना सी 5 जुलाई 2011 सी वो डेट, और सवेरे जो सर्जरी लिए लेके जाना सी मैं अलग रूम विच सी दाखिल और मेरे हस्बैंड अलग रूम च एडमिट सी, क्योंकि सर्जरी पैरलर होनी सी, क्योंकि मैं ही डोनर है, मेरा लीवर ਉਹਨਾਂ ਦੇ ਲੱਗਣਾ ਸੀ ਜੀ। ਤਾਂ ਫਿਰ ਡਾਕਟਰਸ ਨੇ ਇੱਕ ਵਾਰੀ ਅਸੀਂ ਦੋਨੋਂ ਆਪਸ 'ਚ ਮਿਲੇ ਸਰਜਰੀ ਤੋਂ ਪਹਿਲਾਂ, ਔਰ ਹਸਬੈਂਡ ਨੂੰ ਮੇਰੇ ਤਾਂ ਇਹੀ ਸੀ ਕਿ ਹਾਂ ਵੀ ਸ਼ਾਇਦ ਕਿ ਆਖਰੀ ਮੁਲਾਕਾਤ ਹੀ ਨਾ ਹੋਏ, ਕਿਉਂਕਿ ਦੋਨਾਂ ਨੇ ਇੰਨੀ ਵੱਡੀ ਸਰਜਰੀ ਵਿੱਚੋਂ ਨਿਕਲਣਾ ਸੀ ਜੀ। ਤਾਂ ਈਵਨ ਦੈਨ ਆਪਾਂ ਨੂੰ ਪਰਮਾਤਮਾ ਤੇ ਪੂਰਾ ਵਿਸ਼ਵਾਸ। ਜਦੋਂ ਤੁਸੀਂ ਮਿਲ ਰਹੇ ਸੀ ਕੀ ਗੱਲ ਹੋਈ ਉਦੋਂ? ਕੀ ਗੱਲ ਹੋਈ ਤਾਂ ਬਸ ਇਹੀ ਸੀ ਕਿ ਬਸ ਪੋਜ਼ਿਟਿਵ ਰਹਿਣਾ ਵੀ ਜੋ ਹੋਏਗਾ ਅੱਛਾ ਹੀ ਹੋਏਗਾ, ਵੀ ਇਹੀ ਸੀ ਮਨ ਵਿੱਚ। ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਨੂੰ ਐਡਮਿਟ ਕੀਤਾ ਉਹਨਾਂ ਨੇ, ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਕੇ ਗਏ ਜੀ, ਔਰ ਉਸ ਤੋਂ ਬਾਅਦ ਤਾਂ ਸੈਡੇਟਿਵ ਦੇ ਦਿੰਦੇ, ਕੁਝ ਪਤਾ ਹੀ ਨਹੀਂ। ਉਸ ਤੋਂ ਬਾਅਦ ਜਦੋਂ ਫਿਰ ਇੱਕ ਦਿਨ ਬਾਅਦ ਹੋਸ਼ ਵਿੱਚ ਆਉਂਦੀ ਹੈ ਤਾਂ ਮੈਨੂੰ ਲੱਗਦਾ ਕਿ ਹਾਂ ਵੀ ਮੇਰੇ ਨਾਲ ਕੋਈ ਬਹੁਤ ਵੱਡੀ ਮਤਲਬ ਸਰਜਰੀ ਹੋਈ ਹੈ ਜੀ, ਔਰ ਮੈਂ ਅਲੱਗ ਐਡਮਿਟ ਸੀ ਉਸ ICU 'ਚ ਸੀ, ਔਰ ਮੇਰੇ ਹਸਬੈਂਡ ਦੂਸਰੀ ਸਾਈਡ ਅਲੱਗ ICU 'ਚ ਸੀ ਜੀ। ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਮਿਲਦੇ ਆ ਤੁਸੀਂ? ਅਸੀਂ 1.5-2 ਦਿਨ ਬਾਅਦ ਮੇਰੇ ਹਸਬੈਂਡ ਡਾਕਟਰ ਮੇਰੇ ਕੋਲ ਆਉਂਦੇ ਆ ਕਿ ਤੁਹਾਡੇ ਹਸਬੈਂਡ ਤੁਹਾਨੂੰ ਮਿਲਣਾ ਚਾਹੁੰਦੇ ਆ ਜੀ, ਔਰ ਫਿਰ ਈਵਨ ਇਹ ਮੇਰੀ ਹਾਲਤ ਇਹ ਜੀ ਸੀ ਕਿ ਮੈਂ ਖੁਦ ਚੱਲ ਕੇ ਨਹੀਂ ਸੀ ਜਾ ਸਕਦੀ, ਜਿੱਦਾਂ ਮੈਂ ਬੈੱਡ 'ਤੇ ਹੀ ਸੀ ਉਸ ਟਾਈਮ, ਕਿਉਂਕਿ ਰਿਕਵਰ ਹੋਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ, ਹਾਲੇ ਤਾਂ 1-2 ਦਿਨ ਹੀ ਹੋਏ ਸੀ ਜੀ। ਫਿਰ ਮੈਨੂੰ ਵੀਲ ਚੇਅਰ 'ਤੇ ਉਹ ਲੈ ਕੇ ਗਏ ਤਾਂ ਹਸਬੈਂਡ ਤੱਕ ਮਤਲਬ ਉਹਨਾਂ ਦੇ ਗੇਟ ਤੱਕ ਸਿਰਫ ਉਹਨਾਂ ਨੇ ਵਿੰਡੋ 'ਚੋਂ ਮੈਨੂੰ ਦੇਖਿਆ ਕਿ ਹਾਂ ਉਹ ਠੀਕ ਹੈ, ਤਾਂ ਉਹਨਾਂ ਨੇ ਬਸ ਦੂਰ ਤੋਂ ਹੀ ਆਏ ਹੋਈ ਬਸ ਕਿ ਹਾਂ ਉਹ ਵੀ ਠੀਕ ਹੈ ਤਾਂ ਮੈਂ ਵੀ ਠੀਕ ਹੈ। ਮਨ ਨੂੰ ਬਹੁਤ ਜ਼ਿਆਦਾ ਤਸੱਲੀ ਹੋਈ ਕਿ ਚਲੋ ਜੋ ਵੀ ਹੋਇਆ ਬਹੁਤ ਅੱਛਾ ਹੋਇਆ। ਰੂਪਾ, ਇਹ ਪੂਰੀ ਇੱਕ ਕਹਿ ਸਕਦੇ ਹਾਂ ਕਿ ਜ਼ਿੰਦਗੀ ਦਾ ਇੱਕ ਉਹ ਵੀ ਪੜਾਅ ਸੀ ਜਦੋਂ ਕਹਿੰਦੇ ਹੁੰਦੇ ਕਿ ਜ਼ਿੰਦਗੀ ਤੁਹਾਡਾ ਇਮਤਿਹਾਨ ਲੈਂਦੀ ਹੈ ਤੇ ਤੁਸੀਂ ਤੈਅ ਕਰਦੇ ਹੋ, ਤੁਹਾਡੀ ਲਗਨ ਤੈਅ ਕਰਦੀ ਹੈ ਵੀ ਅਸੀਂ ਇਹਦੇ 'ਚੋਂ ਨਿੱਤਰ ਕੇ ਬਾਹਰ ਆਉਣਾ ਹੈ ਜਾਂ ਅਸੀਂ ਉਹਦੇ ਵਿੱਚ ਹੀ ਕਹਿੰਦੇ ਹੁੰਦੇ ਅਸਤ ਵਿਅਸਤ ਹੋ ਜਾਣਾ ਨਾ। ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਕੀ ਪਤਾ ਸੀ ਤੁਹਾਨੂੰ ਕਿ ਆਰਗਨ ਡੋਨੇਸ਼ਨ ਕੀ ਚੀਜ਼ ਹੁੰਦੀ ਆ, ਕਿਸ ਤਰੀਕੇ ਨਾਲ ਇਹ ਵਰਕ ਕਰਦੀ? ਇਸ ਤੋਂ ਪਹਿਲਾਂ ਕੋਈ ਇਹਨਾਂ ਚੀਜ਼ਾਂ ਬਾਰੇ ਪਤਾ ਸੀ? ਇਸ ਤੋਂ ਪਹਿਲਾਂ
कभी ऐसी चीज़ नाल कभी वाई नहीं पिया ना कभी सुनिया सी ऑर्गन डोनेशन की है। ब्लड डोनेशन तक सुनिया सी कि ब्लड डोनेशन कुछ होंदा है और ब्लड डोनेट मैं कई बार करिया सी कॉलेज विच भी, जिद्दां मैं NCC भी ले रखी सी, मैनूं सिर्फ ब्लड डोनेशन दी ही पूरी जानकारी सी। ऑर्गन डोनेशन बारे हले इन्ना कुछ नहीं सी पता कि ऑर्गन डोनेशन की हुंदी है। और ये जिंदगी ने जिहड़ा इन्ना वड्डा इम्तिहान तुहाडे सामने कीता ते उस तो बाद सब तो खूबसूरत चीज़ की हुई जदों तुसीं तंदुरुस्त हो के दोनों जाने घर आ जाने आ कि जिंदगी दे विच कुछ नवीं चीज़ कोई खूबसूरत चीज़ होई? सर्जरी होने तो बाद पहला तो यही चीज़ सी कि हस्बैंड मेरे बिल्कुल ठीक हो गए, इन्ना ही काफ़ी सी जी। बट मैं एडमिट सी, मैनू नहीं पता चलिया जो मैनू छुट्टी हुई मैं घर आई उदों मैनू पता चलिया कि उस तो बाद भी मेरे हस्बैंड नूं कॉम्प्लीकेशन आ गई सी हॉस्पिटल विच ही। जिद्दां 5 तरीक नूं सर्जरी हुई सी तां 4 दिन बाद उन्हां नूं HAT प्रॉब्लम है, हैपैटिक आर्टरी थ्रोम्बोसिस प्रॉब्लम हो गई उन्होंने, क्योंकि मैं भी एकदम सर्जरी विचों निकली सी, मैं रिकवरी स्टेज विच सी, मैनू किसी ने दस्सिया नहीं सी भी ये भी प्रॉब्लम है। मैं देखती हुंदी सी सारे पाठ कर रहे हैं, क्यों कर रहे हैं, तो मैनू बाद विचों दस्सिया मेरे घर वालियां ने, इन लॉज ने दस्सिया कि हाँ उन्होंने ये प्रॉब्लम हो गई है कि उन्होंने दोबारा उन्होंने स्टिच वगैरह दोबारा खोल के उन्होंने मतलब जो प्रॉब्लम आई सी उन्होंने ठीक किया है। तो ईवन उस तो बाद भी वो ठीक हो गए, सब तो वड्डी खुशी की गल सी। और जिस तरह मैनू परमात्मा ते विश्वास सी उदां ही सब कुछ ठीक होया। फिर जिंदगी च हुंदा कि पहला तुसी परिवार दे 3 मैंबर सी ते उस तो बाद तुसी 4 मैंबर हो जाने आ। सर्जरी तो बाद असी 2 महीने गुड़गांव रहे, इत्थे फ्लैट रह के, और मेरी बेटी कम से कम साढ़े तो 2-2.5 महीने अलग रही अपने दादा दादी चाचा चाची कोल। और उस तो बाद जो असी घर आंदे हैं सर्जरी तो बाद, उदों मेरी बेटी का बर्थडे हुंदा 26 अगस्त नूं, एक दिन पहला असी घर पहुंचते हैं तो सब तो पहला ਜਿਹੜੀ ਅਸੀਂ ਖੁਸ਼ੀ ਮਨਾਈ ਇਕੱਠੇ ਹੋ ਕੇ ਉਹ ਮੇਰੀ ਬੇਟੀ ਦਾ ਬਰਥਡੇ ਸੀ। ਹਾਂਜੀ, ਮਤਲਬ ਅਸੀਂ ਇੱਕ ਤਰ੍ਹਾਂ ਦਾ ਉਹਨੂੰ ਸਰਪ੍ਰਾਈਜ਼ ਹੀ ਦਿੱਤਾ ਸੀ ਵੀ ਅਸੀਂ ਉਹਦੇ ਬਰਥਡੇ ਤੇ ਆ ਗਏ ਘਰ। ਕੀ ਬਾਤ ਹੈ। ਤੇ ਉਸ ਤੋਂ ਬਾਅਦ ਬੇਟੇ ਦਾ ਜਨਮ ਕਦੋਂ ਹੁੰਦਾ ਹੈ? ਬੇਟੇ ਦਾ ਜਨਮ 2014 ਵਿੱਚ ਹੋਇਆ ਜੀ। ਮਤਲਬ ਇਹ ਤਾਂ ਸਮਝ ਲਓ ਸਾਡੀ ਜਿਹੜੀ ਲਾਈਫ ਵਿੱਚ ਇੱਕ ਮਿਰਾਕਲ ਹੀ ਹੋਇਆ। ਹਾਂ, ਅਦਰਵਾਈਜ਼ ਤਾਂ ਅਸੀਂ ਕਦੀ ਬੇਟੇ ਬਾਰੇ ਸੋਚਿਆ ਹੀ ਨਹੀਂ ਸੀ ਕਿ ਹਾਂ ਵੀ ਸਾਡੇ ਘਰ 'ਚ ਬੇਟਾ ਵੀ ਆਏਗਾ। ਮਤਲਬ ਇਹ ਸਭ ਦਾ ਸ਼੍ਰੇਅ ਮੈਂ ਡਾਕਟਰ ਅਰਵਿੰਦਰ ਸਵਾइन ਨੂੰ ਦਿੰਦੀ ਹਾਂ। ਉਹ ਸਾਡੇ ਲਈ ਸੈਕਿੰਡ ਗੋਡ ਹੈ। ਉਹਨਾਂ ਨੇ ਮੇਰੇ ਹਸਬੈਂਡ ਦੀ ਮਤਲਬ ਇੱਕ ਤਰ੍ਹਾਂ ਜਾਨ ਬਖਸ਼ੀ ਹੈ ਕਹਿ ਲਓ, ਔਰ ਸਾਨੂੰ ਲਾਈਫ ਦੇ ਜਿਹੜੇ ਸਾਡੇ ਲਾਈਫ ਦੇ ਜਿਹੜੇ ਮਾਇਨੇ ਹੀ ਬਦਲ ਗਏ ਹੈ ਬਿਲਕੁਲ। ਰੂਪਾ ਤੁਸੀਂ ਹੁਣ ਜ਼ਿੰਦਗੀ ਦਾ ਮਕਸਦ ਹੀ ਬਣਾ ਲਿਆ, ਤੁਸੀਂ ਦੋਨੋਂ ਮੀਆਂ ਬੀਬੀ ਕੰਮ ਕਰਦੇ ਹੋ, ਪਰ ਉਹਦੇ ਨਾਲ ਨਾਲ ਮੈਂ ਦੇਖਿਆ ਕਿ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਕਿਤੇ ਇਕੱਠ ਆਰਗੇਨਾਈਜ਼ ਕਰ ਸਕਦੇ ਆ ਜਾਂ ਆਰਗੇਨਾਈਜ਼ ਹੋਇਆ ਹੁੰਦਾ ਤੇ ਤੁਸੀਂ ਉੱਥੇ ਟਾਈਮ ਲੈ ਕੇ ਟਾਈਮ ਕੱਢ ਕੇ ਆਪਣਾ ਖਰਚਾ ਕਰਕੇ ਤੁਸੀਂ ਅਵੇਅਰਨੈਸ ਫੈਲਾ ਰਹੇ ਹੋ, ਗੱਲਬਾਤ ਕਰ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹੋ ਕਿ ਜਿਹੜੇ ਆਰਗਨ ਡੋਨੇਟ ਕਰਨੇ ਕਿੰਨੇ ਇੰਪੋਰਟੈਂਟ ਆ। ਇਹ ਜ਼ਿੰਦਗੀ ਦਾ ਮਕਸਦ ਫਿਰ ਕਿਵੇਂ ਬਣ ਗਿਆ? सर्जरी तो बाद ही जो मैं देखा कि मेरी लाइफ विच इन्नी चेंज आ गई है सिर्फ ऑर्गन डोनेशन की वजह करके ही, मेरा लाइफ स्टाइल बिल्कुल चेंज हो गया। मतलब एवरीथिंग मतलब तुसीं कह रहे हो कि साड़ी चेंज हुई लाइफ तो बाद, सारा कुछ बहुत पॉजिटिव होंदा गया। ये देखते हुए कि मेरी लाइफ विच ऑर्गन डोनेशन ने इन्नी तब्दीली लियांदी है तो दुनिया विच होर भी बहुत सारे लोग हैं जिन्हां नूं ऑर्गनस की लोड़ है। इंडिया विच हर साल 5 लाख के करीब लोग मरते हैं जिन्हां नूं ऑर्गन नहीं मिलता जी। तो फिर इसी स्टडी वास्ते या इसी नूं देखते हुए मैं और मेरे हस्बैंड ने अपनी लाइफ का मिशन ही बनाया कि असीं लोकां नूं वध तो वध ऑर्गन डोनेशन लई प्रेरित करना है, क्योंकि अपने देश विच भारत विच बहुत सारे जिहड़े हैं मिथ्स हैं कह लो ऑर्गन डोनेशन के प्रति, उन्होंने पता ही नहीं ऑर्गन डोनेशन की हुंदी है। कईयां नूं तां ही लगदा कि हाँ असीं ऑर्गन डोनेशन लई प्लैज कीता तां इट मीनस कि साडे ऑर्गन ही कढ लेने हैं, जबकि एवें नहीं है जी। तां फिर वध तो वध साडी लाइफ का मकसद यही है कि लोकां नूं जाके इस अज्ञानता तो दूर करना कि ऑर्गन डोनेशन कोई गलत चीज़ नहीं है, इस नाल तुसी किसी नूं लाइफ दे सकते हो। ਪਹਿਲਾਂ ਇਹ ਲੱਗ ਰਿਹਾ ਸੀ ਕਿ ਜ਼ਿੰਦਗੀ 'ਚ ਕੁਝ ਗਵਾਚ ਜਾਊਗਾ, ਤੁਸੀਂ ਇਕੱਲੇ ਰਹਿ ਜਾਓਗੇ ਜਾਂ ਤੁਸੀਂ ਮਾਂ ਧੀ ਹੀ ਦੋਨੋਂ ਜਾਣੀਆਂ ਰਹਿ ਜਾਓਗੇ। ਉਸ ਤੋਂ ਬਾਅਦ ਤੁਸੀਂ ਹਿੰਮਤ ਦਿਖਾਉਂਦੇ ਹੋ, ਡਾਕਟਰ ਤੁਹਾਡੀ ਹੈਲਪ ਕਰਦੇ ਆ ਤੇ ਤੁਸੀਂ ਕਹਿ ਸਕਦੇ ਆ ਕਿ ਪਰਿਵਾਰ ਨੂੰ 2 ਜਿੱਥੇ ਲੱਗਦਾ ਸੀ ਵੀ 2 ਜਾਣੇ ਰਹਿ ਜਾਣਗੇ ਤੁਸੀਂ 4 ਜਾਣੇ ਕਰ ਲਏ ਹੈ ਨਾ। ਤੇ ਉਸ ਤੋਂ ਬਾਅਦ ਤੁਸੀਂ ਵਿਦੇਸ਼ ਵੀ ਜਾਂਦੇ ਹੋ ਸਿਰਫ ਇਸ ਚੀਜ਼ ਦੀ ਵਜ੍ਹਾ ਕਰਕੇ, ਉਹਦੇ ਬਾਰੇ ਵੀ ਦੱਸੋ। जिद्दां मैं दस्सिया कि ऑर्गन डोनेशन साडी लाइफ का मिशन बन चुका है, इनू असीं सोचा कि सिर्फ भारत तक ही नहीं वर्ल्ड लैवल तक फैलाना है जी। बाई चांस मैनू मौका मिलिया वर्ल्ड अमेरिका दियां 2 लेडीज़ है केट एंड लॉरी, उन्होंने एक इवेंट ऑर्गेनाइज किया शिकागो विच, जिस विच मतलब वर्ल्ड लैवल के सारे लिविंग ऑर्गन डोनर्स इकट्ठे होने सीगे जी। मतलब ये एक
मतलब वर्ल्ड लैवल का ही एक तरह का कॉम्पीटिशन सी जिहदे विच सारे वर्ल्ड तो लिविंग ऑर्गन डोनर्स इकट्ठे होने सी। मतलब वो 2 लेडीज़ भी जो सीगियां उन्होंने सिर्फ अननोन परसनस नूं अपनी किडनीज़ डोनेट कीतियां होईयां। तो सानू मौका मिलिया उत्थे कम से कम 400 तो ऊपर 410 के करीब लिविंग ऑर्गन डोनर्स इकट्ठे होए और सारिਆਂ ਨੂੰ गिनीज़ वर्ल्ड रिकॉर्ड मतलब सारिਆਂ ने इकट्ठे होकर गिनीज़ वर्ल्ड रिकॉर्ड कायम किया और लोगों ਨੂੰ ਵੱਧ ਤੋਂ ਵੱਧ ऑर्गन डोनेशन ਲਈ ਅੱਗੇ ਆਉਣ ਲਈ मोटिवेट किया। रूपा मेरा लास्ट ਜਿਹੜਾ सवाल है कि ਤੁਸੀਂ ਇਹ ਦੇਖਿਆ ਕਿ ਕਿਉਂਕਿ ਤੁਹਾਡੇ ਘਰ ਦੇ ਵਿੱਚ ਇਹ ਚੀਜ਼ ਸੀ, ਤੁਹਾਨੂੰ ਇੱਕ ਡਰ ਪੈ ਗਿਆ ਸੀਗਾ ਕਿ ਅਸੀਂ ਆਪਣਾ ਇੱਕ ਕੀਮਤੀ ਇਨਸਾਨ ਜਿਹੜਾ ਹੈਗਾ, ਕੀਮਤੀ ਜਾਨ ਜਿਹੜੀ ਆ ਗਵਾ ਸਕਦੇ ਹਾਂ ਨਾ, ਪਰ ਤੁਸੀਂ ਹੁਣ ਦੇਖਿਆ ਕਿ ਜਿਹੜਾ ਆਰਗਨ ਡੋਨੇਟ ਕਰਨ 'ਚ ਜਾਂ ਜੇ ਪੰਜਾਬੀ 'ਚ ਗੱਲ ਹੈਗੀ ਕਿ ਅੰਗ ਦਾਨ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਜਿਹੜਾ ਕੋਈ ਕਹਿ ਸਕਦੇ ਹਾਂ ਕਿ ਕੋਈ ਘਾਟਾ ਨਹੀਂ ਪਿਆ, ਪਰ ਤੁਸੀਂ ਇੱਕ ਜ਼ਿੰਦਗੀ ਜਿਹੜੀ ਆ ਬਚਾ ਲਈ ਹੋਈ ਆ। ਕਿੰਨਾ ਜ਼ਰੂਰੀ ਆ ਜੇ ਭਾਰਤ ਦੇ ਵਿੱਚ ਦੀ ਗੱਲ ਕਰੀਏ ਜਾਂ ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰੀਏ ਕਿ ਸਾਡੇ ਲੋਕਾਂ ਨੂੰ ਲੱਗਦਾ ਹੈ ਕਿ ਮਰਨ ਤੋਂ ਬਾਅਦ ਵੀ ਅਸੀਂ ਜਿਹੜੇ ਆ ਸਰੀਰ ਦੇ ਅੰਗ ਦਾਨ ਕਰਨ 'ਚ ਦਿਲਚਸਪੀ ਨਹੀਂ ਰੱਖਦੇ, ਕਿਉਂਕਿ ਬਹੁਤ ਸਾਰੀਆਂ ਰੂੜੀਵਾਦੀ ਜਿਹੜੀਆਂ ਮਿੱਥਾਂ ਜਿਹੜੀਆਂ ਹੈਗੀਆਂ ਸਾਡਾ ਪਿੱਛਾ ਨਹੀਂ ਛੱਡਦੀਆਂ। ਕਿੰਨਾ ਜ਼ਰੂਰੀ ਔਰ ਕਿੰਨੀ ਮਹੱਤਤਾ ਹੈਗੀ ਆ ਇਸ ਚੀਜ਼ ਦੀ, ਜੇ ਤੁਸੀਂ ਆਪਣੇ ਸ਼ਬਦਾਂ 'ਚ ਆਪਣੇ ਤਜਰਬੇ ਤੋਂ ਕਹੋ ਤੇ ਕੀ ਕਹੋਗੇ ਇਹਦੇ ਬਾਰੇ 'ਚ? ऑर्गन डोनेशन के बारे जिद्दां तुसीं दस्सिया मिथ्स तो बहुत है, लोगों को बहुत डर है, लोगों को जानकारी नहीं है, इस बारे अज्ञानता बहुत है। लोगों को लगता है कि अगर वो ऑर्गन डोनेट करेंगे ईवन मरण तो बाद तो कि असी अगले जन्म विच बिना ऑर्गन तो पैदा होवांगे, अगर असी अखां दान करतियां असी अन्ने ना पैदा होइए। मतलब कईयां नूं लगदा कि साडा फिजिकल स्ट्रक्चर भी ਉਹਦੀ शेप खराब हो जाएगी। मतलब ये ना मिथ्स नूं तोड़ना मेरा मकसद है। जिथे भी असी जाते हैं तो लोगों को दसदे हैं कि ये सिर्फ मिथ है, असलीयत विच कुछ नहीं हुंदा। तुहाडे सामने मैं एक एग्जाम्पल है, अगर मैं जिंदा रह के ऑर्गन डोनेट करके बहुत अच्छी लाइफ जी सकती हाँ, तो मरण तो बाद तो सानू पता ही नहीं चलना साडी लाइफ नाल की हो रहा, असी सड़ रहे हैं या असी मिट्टी विच दबाए जा रहे हैं। तो क्यों ना भी असी जाते जाते अपने ऑर्गन डोनेट करके जाइए, तो जो किसी नूं बहुत सारे असी हॉस्पिटल्स जाते हैं जिन्होंने असी तड़फते देखते हैं, कोई किसी नूं किडनी नहीं मिल रही, कोई अखां तो अन्ना है, तो कितनी अच्छी गल होएगी अगर असी देखांगे कि हाँ साडियां अखां मरण तो बाद नाल कोई अपनी अख देख रहा है, कोई बजुर्ग लेडी है अपने बच्चे नूं देख पा रही है या कोई बच्चा अपनी माँ नूं देख पा रहा है अखां लेके। और अगर लाइफ लीवर डोनेट किया तो तुसी किन्ने परिवार दे मतलब समझ लो सिर्फ एक बंदे नूं ऑर्गन डोनेट नहीं किया, तुसी सारियां दी लाइफ बहुत अच्छी करती। क्योंकि एक अगर एक पेशेंट है घर विच तां सारे ही उहदे केयर टेकर हुंदे हैं, सब किसी ना किसी चीज़ विच उलझे हुंदे हैं, बट अगर वही बंदा अगर नॉर्मल हो जाता है, हेल्दी हो जाता है, तो असीं समझ लो पूरे परिवार नूं ही एक बहुत अच्छी लाइफ प्रोवाइड कर सकते हैं ऑर्गन डोनेट करके। रूपा ਅਸੀਂ ਫਿਲਮਾਂ ਦੇ ਵਿੱਚ ਆਮ ਹੀ ਦੇਖਦੇ ਹੁੰਦੇ ਹਾਂ ਕਿ ਡਾਇਲੌਗ ਬੋਲੇ ਜਾਂਦੇ ਆ ਕਿ ਅਸੀਂ ਕਿਵੇਂ ਕਿ ਜੇ ਕੋਈ ਭਗਵਾਨ ਕਿਸੇ ਦੀ ਜਾਨ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਵੀ ਅਸੀਂ ਉਹਦੇ ਤੋਂ ਵਾਪਸ ਲੈ ਆਵਾਂਗੇ, ਪਰ ਅਸਲੀਅਤ ਦੇ ਵਿੱਚ ਵੀ ਇਹ ਚੀਜ਼ਾਂ ਵਾਪਰਦੀਆਂ ਔਰ ਜੋ ਤੁਸੀਂ ਕੀਤਾ ਉਹ ਕਹਿਣ ਸੁਣਨ ਤੋਂ ਪਰੇ ਆ ਔਰ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ। ਕੁਰਬਾਨੀ ਦੀ इंतहा जी दिखा सकते हैं, वो एक एग्जाम्पल सैट कर देती है। तो बहुत बहुत सल्यूट और तुसी अपनी अवेयरनेस इस तरह फैलाते रहो, ये भी तो ऑल द वेरी बेस्ट। सो हर स्टोरी शो के अज के लिए नहीं, किसी नवी कहानी के नाल फिर मुलाकात करांगे। दिओ इजाजत।